बहुत ही प्यारे बच्चों, ਅੱਜ ਆਪਾਂ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਗੁਰਦਾਸ ਜੀ ਦੀਆਂ ਪਾਵਨ ਪਵਿੱਤਰ ਰਚਨਾਵਾਂ ਦੀ ਵਿਆਖਿਆ ਕੇਂਦਰੀ ਭਾਵ 'ਤੇ ਪ੍ਰਸ਼ਨ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪ ਜੀ ਦੀ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਜ਼ਰੂਰ ਦੱਸਾਂਗੀ ਬੱਚਿਓ। ਭਾਈ ਗੁਰਦਾਸ ਜੀ ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਹਨ। ਆਪ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ। ਗੁਰੂ ਘਰ ਦੇ ਨਿਕਟ ਸਨੇਹੀ ਅਤੇ ਗੁਰਮਤਿ ਦੇ ਮਹਾਨ ਅਨੁਭਵੀ ਅਤੇ ਵਿਦਵਾਨ ਹੋਣ ਕਰਕੇ ਸਿੱਖ ਇਤਿਹਾਸ ਵਿੱਚ ਆਪ ਜੀ ਦਾ ਵਿਸ਼ੇਸ਼ ਜਿਹੜੀ ਮਹੱਤਤਾ ਹੈ। ਆਪ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਗੁਰਮਤਿ ਫਲਸਫੇ ਦੇ ਪ੍ਰਚਾਰਕ ਸਨ। ਆਪ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੇ ਲੇਖ ਆਪ ਨੇ ਸਾਰੀ ਰਚਨਾ ਕਵਿਤ ਸਵੈ ਵਾਰਾਂ ਵਿੱਚ ਕੀਤੀ। ਆਪ ਦੇ ਰਚੇ ਹੋਏ ਕਵਿਤ ਅਤੇ ਸਵੈ 556 ਅਤੇ ਵਾਰਾਂ ਦੀ ਗਿਣਤੀ 40 ਹੈ। ਕਵਿਤ ਅਤੇ ਸਵੈ ਆਪ ਨੇ ਬ੍ਰਿਜ ਭਾਸ਼ਾ ਵਿੱਚ ਲਿਖੇ ਅਤੇ ਵਾਰਾਂ ਪੰਜਾਬੀ ਵਿੱਚ ਲਿਖੀਆਂ। ਆਪ ਨੇ ਆਪਣੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਇਸ ਕਰਕੇ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਹਥਲੇ ਕਾਵਿ ਸੰਗ੍ਰਹਿ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ 6 ਪੌੜੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਜਿਹੀ ਸੰਗਤ ਤੇਹਾ ਫਲ ਵਿੱਚ ਦੱਸਿਆ ਗਿਆ ਹੈ ਕਿ ਜਿਹੋ ਜਿਹੀ ਸੰਗਤ ਵਿੱਚ ਰਹੋ ਉਹੋ ਜਿਹਾ ਬਣ ਜਾਈਦਾ ਹੈ। ਲੱਜਾ ਕੱਜਣ ਵਾਲਾ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਆਪ ਭਾਵ ਗਵਾ ਕੇ ਹੀ ਦੂਜਿਆਂ ਦੇ ਕੰਮ ਸੰਵਾਰੇ ਜਾਂਦੇ ਹਨ, ਮਤਲਬ ਆਪਾ ਭਾਵ ਗਵਾ ਕੇ। ਸੱਚ ਤੇ ਕੂੜ ਵਿੱਚ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸੱਚ ਹੀ ਜੋ ਹਮੇਸ਼ਾ ਜਿੱਤਦਾ ਹੈ ਅਤੇ ਝੂਠ ਹਾਰਦਾ ਹੈ। ਮਾਪਿਆਂ ਨੂੰ ਛੱਡ ਕੇ ਕੋਈ ਧਰਮ ਕਰਮ ਸਫਲ ਨਹੀਂ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਮਾਪਿਆਂ ਦੀ ਖੁਸ਼ੀ ਪ੍ਰਾਪਤ ਕਰਨੀ ਸਭ ਤੋਂ ਵੱਡਾ ਧਰਮ ਹੈ। ਠੀਕ ਹੈ ਨਾ। ਨਿੰਦਕ ਆਪਣੀ ਜੜ ਪੁੱਟਦਾ ਹੈ ਵਿੱਚ ਦੱਸਿਆ ਹੈ ਕਿ ਪਰਾਈ ਨਿੰਦਾ ਕਰਨ ਵਾਲਾ ਆਪਣਾ ਨੁਕਸਾਨ ਆਪ ਕਰਦਾ ਹੈ। ਨਿਮਰਤਾ ਦਾ ਗੁਣ ਵਿੱਚ ਦਰਖਤ, ਪਾਣੀ ਅਤੇ ਧਰਤੀ ਦੇ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਸੋ ਬੱਚੇ ਪ੍ਰਸੰਗ ਕਿਸ ਤਰ੍ਹਾਂ ਲਿਖਾਂਗੇ? ਆਪਾਂ ਕੋਈ ਵੀ ਰਚਨਾ ਦੇ ਅੱਗੇ ਲਿਖਾਂਗੇ ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੀ ਰਚਨਾ ਹੈ। ਇਹ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਜਿਹੀ ਸੰਗਤ ਤੇਹਾ ਫਲ ਸਿਰਲੇਖ ਹੇਠ ਦਰਜ ਹੈ। ਬੱਚਿਓ ਆਪਾਂ ਸਿਰਲੇਖ ਅਲੱਗ-ਅਲੱਗ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਅਲੱਗ-ਅਲੱਗ ਲਿਖਾਂਗੇ। ਇਸ ਪੌੜੀ ਵਿੱਚ ਭਾਈ ਸਾਹਿਬ ਇਹ ਵਿਚਾਰ ਪੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਕੋਈ ਬੰਦਾ ਜਿਹੜੀ ਸੰਗਤ ਵਿੱਚ ਰਹਿੰਦਾ ਉਹੀ ਉਸਨੂੰ ਫਲ ਮਿਲਦਾ ਹੈ। ਇਸ ਤਰ੍ਹਾਂ ਬੱਚਿਓ ਹਰ ਇੱਕ ਵਿਆਖਿਆ ਦੀ ਸਤਰ ਆਪਾਂ ਲਿਖ ਦਾਂਗੇ। ਅਤੇ ਚਲੋ ਫਿਰ ਆਪਾਂ ਵਿਆਖਿਆ ਕਰੀਏ ਅਤੇ ਕੇਂਦਰੀ ਭਾਵ ਜਿਹੀ ਸੰਗਤ ਤੇਹਾ ਫਲ। ਠੀਕ ਹੈ ਨਾ। ਸੋਈ ਤਾਂਬਾ ਰੰਗ ਸੰਗ ਜੋ ਕਿਹਾ ਹੋਏ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸੀਸੇ ਸੰਗਤੀ ਭੰਗਾਰ ਭੁਲੋਈ, ਤਾਂਬਾ ਪਾਰਸ ਪਰਸਿਆ ਹੋਈ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ, ਆਪੇ ਆਪ ਵਰਤਦਾ ਸੰਗਤ ਗੁਣ ਕੋਈ। ਠੀਕ ਹੈ ਨਾ। ਜਿਵੇਂ ਤਾਂਬਾ ਕਲੀ ਨਾਲ ਮਿਲ ਕੇ ਕਹਿ ਹੋ ਜਾਂਦਾ ਹੈ ਅਤੇ ਜੇ ਜਿਸਤ ਨਾਲ ਮਿਲੇ ਤਾਂ ਉਹ ਪਿੱਤਲ ਰੂਪ ਹੋ ਦਿਸਦਾ ਹੈ। ਉਹ ਜਿਸਤ ਅਤੇ ਕਲੀ ਵਾਲਾ ਤਾਂਬਾ ਸਿੱਕੇ ਨਾਲ ਮਿਲ ਕੇ ਚੰਗਾ ਭਰਤ ਬਣ ਜਾਂਦਾ ਹੈ ਅਤੇ ਜੇ ਤਾਂਬਾ ਪਾਰਸ ਨਾਲ ਛੋਹ ਜਾਵੇ ਤਾਂ ਉਹ ਸੋਨਾ ਬਣ ਜਾਂਦਾ ਹੈ। ਉਹੀ ਤਾਂਬਾ ਕੁਸ਼ਤਾ ਹੋ ਕੇ ਦਵਾਈ ਕਹਾਉਂਦਾ ਹੈ। ਇਸ ਤਰ੍ਹਾਂ ਉਹ ਆਪ ਸਭ ਥਾਂ ਵਰਤਦਾ ਹੈ। ਪਰ ਗੁਣ ਸੰਗਤ ਦੇ ਕਹੇ ਜਾਂਦੇ ਹਨ। ਭਾਵ ਮਨੁੱਖ ਜਿਸ ਤਰ੍ਹਾਂ ਦੀ ਸੰਗਤ ਵਿੱਚ ਰਹੇਗਾ ਉਸੇ ਤਰ੍ਹਾਂ ਰੰਗ ਉਸਨੂੰ ਮਿਲ ਜਾਵੇਗਾ। ਠੀਕ ਹੈ। ਉਸ ਤਰ੍ਹਾਂ ਦਾ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਹੈ ਲੱਜਾ ਕੱਜਣ ਵਾਲਾ। ਬੱਚੋ ਇਸ ਵਿੱਚ ਵੀ ਜਿਹੜੇ ਮਨੁੱਖ ਨੂੰ ਸਮਝਾਇਆ ਗਿਆ ਹੈ। ਆਪ ਜੀ ਦੀ ਹਰ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਬੱਚੋ ਬਹੁਤ ਹੀ ਵਧੀਆ ਢੰਗ ਨਾਲ। ਠੀਕ ਹੈ ਨਾ। ਅਤੇ ਲਿਖਦੇ ਹਨ ਕਿ ਗੁਰਮੁਖ ਲੋਕ ਵੜੇਵੇਂ ਵਾਂਗ ਆਪਾ ਵਾਰ ਕੇ ਅਤੇ ਕਈ ਤਰ੍ਹਾਂ ਦੇ ਦੁੱਖ ਸਹਿ ਕੇ ਲੋਕਾਂ ਦੇ ਪਰਦੇ ਢੱਕਦੇ ਹਨ। ਵੜੇਵਾਂ ਕੀ ਹੁੰਦਾ ਬੱਚੋ? ਕਪਾਹ ਜਿਹੜਾ ਹੁੰਦੀ ਹੈ ਨਾ, ਕਪਾਹ ਜਿਸ 'ਤੇ ਆਪਾਂ ਰਜਾਈਆਂ ਦੇ ਵਿੱਚ ਪਾਉਂਦੇ ਹਾਂ, ਸਿਰਹਾਣਿਆਂ ਦੇ ਵਿੱਚ, ਹੈ ਨਾ। ਅਤੇ ਕਪਾਹ ਦੇ ਵਿੱਚ ਹੁੰਦਾ ਵੜੇਵਾਂ। ਠੀਕ ਹੈ ਨਾ। ਵੜੇਵਾਂ ਜਗਤ ਵਿੱਚ ਨਿੱਕਾ ਹੋਇਆ ਹੈ ਜਿਸ ਨੇ ਬੀਜੇ ਜਾਣ 'ਤੇ ਆਪਣੇ ਤਨ ਨੂੰ ਖੇਹ ਵਿੱਚ ਰਲਾ ਦਿੱਤਾ ਹੈ। ਉਸ ਤੋਂ ਕਪਾਹ ਦੀ ਬੂਟੀ ਪੈਦਾ ਹੋਈ ਹੈ। ਬੀਜ ਹੈ ਮਤਲਬ ਜਿਸ ਨਾਲ ਲੱਗੇ ਹੋਏ ਟਿੰਡੇ ਨੇ ਹੱਸ-ਹੱਸ ਕੇ ਆਪ ਨੂੰ ਖਿੜਾਇਆ ਹੈ। ਫਿਰ ਉਹ ਵੇਲਣੇ ਦੀਆਂ ਦੋਹਾਂ ਲਠਾਂ ਵਿੱਚ ਉਸ ਨੂੰ ਵੇਲਿਆ ਗਿਆ ਹੈ। ਉਸ ਤੋਂ ਨਿਕਲੀ ਕਪਾਹ ਨੂੰ ਤੁੰਬੜੀ ਨਾਲ ਤੁੰਬਿਆ ਗਿਆ ਹੈ ਅਤੇ ਉਸ ਦਾ ਲੂੰ-ਲੂੰ ਕਰ ਦਿੱਤਾ ਗਿਆ ਹੈ। ਪੇਂਜੇ ਨੇ
ਨਾਲ ਜਿਹੜੇ ਕਪਾਹ ਪਿੰਜਦੇ ਨੇ ਬੱਚੋ। ਮਤਲਬ ਜਿਹੜੀ ਕਪਾਹ ਆਉਂਦੀ ਹੈ ਪਹਿਲਾਂ ਬੂਟਿਆਂ ਤੋਂ ਲੈ ਕੇ, ਉਹ ਮਤਲਬ ਉਹਦਾ ਰੂਪ ਹੋਰ ਹੁੰਦਾ, ਪਰ ਜਦੋਂ ਉਸਨੂੰ ਪਿੰਜੇ ਹੁੰਦੇ ਨੇ ਜਿਹੜੇ ਰੂੰ ਪਿੰਜਦੇ ਨੇ ਉਹ ਬਿਲਕੁਲ ਮਤਲਬ ਬਹੁਤ ਵਧੀਆ ਬਣ ਜਾਂਦੀ ਹੈ ਬੱਚੋ, ਇਕਸਾਰ ਹੋ ਜਾਂਦੀ ਹੈ, ਜਿਸ ਨੂੰ ਰਜਾਈਆਂ ਦੇ ਵਿੱਚ ਸਿਰਹਾਣਿਆਂ ਦੇ ਵਿੱਚ ਭਰਿਆ ਜਾਂਦਾ ਹੈ। ਠੀਕ ਹੈ ਨਾ। ਪਿੰਜੇ ਨੇ ਕਪਾਹ ਨੂੰ ਪਿੰਜਣ ਲੱਗਿਆਂ ਤਾੜੇ ਨੂੰ ਸੱਟਾਂ ਮਾਰ ਮਾਰ ਕੇ ਰੂੰ ਉਡਾਇਆ ਹੈ। ਠੀਕ ਹੈ ਨਾ। ਫਿਰ ਔਰਤਾਂ ਨੇ ਸੂਤ ਕੱਤ ਕੇ ਗੋੜੇ ਬਣਾਏ ਹਨ, ਤਾਣਾ ਤਣ ਕੇ ਕੱਪੜਾ ਬੁਣਿਆ ਹੈ, ਜਿਸ ਨੂੰ ਖੁੰਭ ਚੜਾਈ ਗਈ ਹੈ ਅਤੇ ਦੁੱਖ ਦੇ ਦੇ ਕੇ ਧਵਾਇਆ ਗਿਆ ਹੈ। ਕੈਂਚੀ ਨੇ ਕੱਪੜੇ ਨੂੰ ਕੱਟਿਆ, ਸੂਈ ਧਾਗੇ ਨਾਲ ਸਿਉਂ ਕੇ ਕੱਪੜੇ ਨੂੰ ਜੋੜ ਦਿੱਤਾ। ਇਸ ਤਰ੍ਹਾਂ ਲੱਜਾਂ ਨੂੰ ਕੱਜਣ ਵਾਲਾ ਹੋ ਕੇ ਕੱਪੜੇ ਨੇ ਸਰੀਰ ਨੂੰ ਕੱਜਿਆ ਹੈ। ਭਾਵ ਗਰੀਬੀ ਤੇ ਨੀਵੇਂ ਹੋ ਕੇ ਚੱਲਣ ਨਾਲ ਹੀ ਵਡਿਆਈ ਮਿਲਦੀ ਹੈ। ਮਤਲਬ ਬੱਚੋ ਜਿਵੇਂ ਕੱਪੜਾ ਬਣਦਾ ਹੈ ਨਾ, ਕਿੰਨੇ ਜਿਹੜਾ ਵੜੇਵਾਂ ਹੈ ਇੱਕ ਉਸ ਤੋਂ ਮਤਲਬ ਕੱਪੜੇ ਦਾ ਰੂਪ ਬਣਿਆ ਹੈ, ਅਤੇ ਇਹ ਦੱਸਿਆ ਹੈ। ਠੀਕ ਹੈ ਭਾਈ ਗੁਰਦਾਸ ਜੀ ਨੇ, ਵੀ ਕਿਸ ਤਰ੍ਹਾਂ ਜਿਹੜਾ ਇੱਕ ਨਿਮਰਤਾ ਵਾਲਾ ਮਨੁੱਖ ਹੈ ਉਹਦੀ ਕੀ ਉਪਮਾ ਹੈ। ਠੀਕ ਹੈ ਨਾ, ਵਡਿਆਈ ਹੈ। ਅੱਗੇ ਆ ਗਿਆ ਨਿਮਰਤਾ ਦਾ ਗੁਣ, ਅਤੇ ਬਹੁਤ ਵਧੀਆ ਬੱਚੋ ਬਾਣੀ ਹੈ ਆਪ ਜੀ ਦੀ। ਤਾਂ ਉਹ ਕਹਿੰਦੇ ਨੇ ਕਿ ਰੁੱਖ ਪਾਣੀ ਸਿਰ 'ਤੇ ਪੈਰ ਅਤੇ ਧਰਤੀ ਦੇ ਨੀਵੇਂਪਣ ਦਾ ਦ੍ਰਿਸ਼ਟਾਂਤ ਕੀਤਾ ਗਿਆ ਇੱਥੇ। ਜੋ ਨੀਵਾਂ ਹੁੰਦਾ ਹੈ ਉਹੀ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਜਿਵੇਂ ਸਿਰ ਤਲਵਾਇਆ ਬਿਰਖ ਹੈ ਹੋਏ ਸਫਲ ਫਲ ਸੁਫਲ ਫਲੰਦਾ, ਨਿਰਮਲ ਨੀਰ ਵਖਾਣੀਐ ਸਿਰ ਨੀਵਾਂ ਨਿਵਾਣ ਚਲੰਦਾ, ਸਿਰ ਉੱਚਾ ਨੀਵੇਂ ਚਰਨ ਗੁਰਮੁਖ ਪੈਰੀ ਸੀਸ ਪਵੰਦਾ, ਸਬਦੂ ਨੀਵੀਂ ਧਰਤੀ ਹੋਏ ਅਨ ਧਨ ਸਭ ਸਸਾਰ ਸੁਹੰਦਾ, ਧਨ ਧਰਤੀ ਉਹ ਥਾਉ ਧਨ ਗੁਰਸਿੱਖ ਸਾਧੂ ਪੈਰ ਧਰੰਦਾ, ਚਰਨ ਧੜ ਪ੍ਰਧਾਨ ਕਰ ਸੰਤ ਵੇਦ ਜਸ ਗਾਵ ਸੁਣੰਦਾ, ਭਾਗੀ ਪੱਖ ਕਲਹੰਦਾ। ਠੀਕ ਹੈ ਨਾ। ਤਾਂ ਉਹ ਕਹਿੰਦੇ ਨੇ ਕਿ ਸਿਰ ਹੇਠਾਂ ਕਰਕੇ ਦਰਖਤ ਪੈਦਾ ਹੋਇਆ ਹੈ, ਇਸ ਲਈ ਉਹ ਹਜ਼ਾਰਾਂ ਫਲਾਂ ਨਾਲ ਸੁਫਲ ਫਲਦਾ ਹੈ। ਪਾਣੀ ਨੂੰ ਵੀ ਨਿਰਮਲ ਕਹੀਦਾ ਹੈ ਕਿਉਂਕਿ ਉਸ ਦਾ ਸਿਰ ਨੀਵਾਂ ਹੈ ਅਤੇ ਨੀਵਾਂ ਹੋ ਕੇ ਨੀਵੇਂ ਪਾਸੇ ਨੂੰ ਤੁਰਦਾ ਹੈ। ਮਨੁੱਖ ਦਾ ਸਿਰ ਉੱਚਾ ਹੈ ਪਰ ਪੈਰ ਨੀਵੇਂ ਹਨ, ਪਰ ਸਿਰ ਸਦਾ ਹੀ ਗੁਰਸਿੱਖਾਂ ਦੇ ਪੈਰੀ ਪੈਂਦਾ ਹੈ। ਧਰਤੀ ਸਾਰਿਆਂ ਤੋਂ ਨੀਵੀਂ ਹੋਈ ਹੈ, ਇਸੇ ਲਈ ਸਾਰਾ ਜਗਤ ਉਸ ਤੋਂ ਅੰਨ ਧਨ ਪ੍ਰਾਪਤ ਕਰਦਾ ਹੈ। ਅਰਥਾਤ ਧਰਤੀ ਨੀਵੀਂ ਹੋ ਕੇ ਵੀ ਸਭਨਾਂ ਦੀ ਦਾਤੀ ਬਣੀ ਹੋਈ ਹੈ। ਧਰਤੀ ਧਨ ਹੈ ਅਤੇ ਉਹ ਜਗ੍ਹਾ ਵੀ ਧਨ ਹੈ ਜਿੱਥੇ ਗੁਰਸਿੱਖ ਸਾਧੂ ਪੈਰ ਰੱਖਦੇ ਹਨ, ਕਿਉਂਕਿ ਉਹ ਜਗ੍ਹਾ ਨੂੰ ਚਰਨ ਧੂੜ ਕਰਕੇ ਪ੍ਰਧਾਨ ਮੰਨਦੇ ਹਨ ਅਤੇ ਸੰਤ ਤੇ ਵੇਦ ਚਰਨ ਧੂੜੀ ਦਾ ਜਸ ਸੁਣਾਉਂਦੇ ਹਨ। ਕੋਈ ਵੱਡੇ ਭਾਗਾਂ ਵਾਲਾ ਹੀ ਚਰਨ ਧੂੜੀ ਨੂੰ ਲੈ ਸਕਦਾ ਹੈ। ਭਾਵ ਜੋ ਨੀਵਾਂ ਹੁੰਦਾ ਹੈ ਉਹ ਸਭ ਤੋਂ ਉੱਤਮ ਅਤੇ ਉਸ ਨੂੰ ਸਭ ਤੋਂ ਉੱਚਾ ਹੀ ਗਿਣਿਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਆ ਗਿਆ ਬੱਚੋ ਸੱਚ ਅਤੇ ਕੂੜ। ਸੱਚ ਹੁੰਦਾ, ਕੂੜ ਪਾਪ ਨੂੰ ਕਿਹਾ ਜਾਂਦਾ ਹੈ ਨਾ। ਤਾਂ ਇਸ ਵਿੱਚ ਵੀ ਬੱਚੋ ਬੰਦੇ ਨੂੰ ਜਿਹੜਾ ਦੱਸਿਆ ਗਿਆ ਕਿ ਸੱਚ ਅਤੇ ਝੂਠ ਦਾ ਫਰਕ ਕੀ ਹੈ। ਠੀਕ ਹੈ ਨਾ। ਅਤੇ ਭਾਈ ਸਾਹਿਬ ਕਹਿੰਦੇ ਹਨ ਕਿ ਸੱਚ ਦੇ ਗੁਣ ਅਤੇ ਝੂਠ ਦੇ ਅਵਗੁਣ ਕਿਹੋ ਜਿਹੇ ਹਨ। ਕੂੜ ਹਥਿਆਰ ਵਾਂਗੂ ਧੋਖਾ ਕਰਨ ਵਾਲਾ ਹੈ ਅਤੇ ਸੱਚ ਹਥਿਆਰ ਤੋਂ ਰੱਖਿਆ ਕਰਨ ਵਾਲੀ ਸੰਜੋ ਲੋਹੇ ਦੇ ਕੁੜਤੇ ਵਾਂਗੂ ਹੈ। ਕੂੜ ਵੈਰੀ ਦੀ ਤਰ੍ਹਾਂ ਹਮੇਸ਼ਾ ਤਾੜਦਾ ਰਹਿੰਦਾ ਹੈ ਅਤੇ ਸੱਚ ਚੰਗੇ ਮਿੱਤਰ ਵਾਂਗੂ ਮਦਦਗਾਰ ਸਾਬਤ ਹੁੰਦਾ ਹੈ। ਸੱਚ ਬਹਾਦਰ ਸੂਰਮੇ ਦੀ ਤਰ੍ਹਾਂ ਹੈ ਅਤੇ ਕੂੜ ਝੂਠੇ ਹੀ ਮੇਲ ਕਰਾਉਂਦਾ ਹੈ। ਸੱਚ ਚੰਗੀ ਜਗ੍ਹਾ 'ਤੇ ਅਡੋਲ ਖੜਾ ਹੈ ਅਤੇ ਝੂਠ ਗੰਦੀ ਜਗ੍ਹਾ 'ਤੇ ਖੜੋਂਦਾ ਕੰਬਦਾ ਹੈ। ਸੱਚ ਨੇ ਕੂੜ ਨੂੰ ਫੜ ਕੇ ਪਟਕਾਇਆ ਤਾਂ ਚਾਰੇ ਚੱਕ ਤੇ ਤਿੰਨੇ ਲੋਕ ਦੇਖਣ ਲੱਗ ਪਏ। ਕੂੜ ਕਪਟ ਕਰਕੇ ਮਨੁੱਖ ਹਮੇਸ਼ਾ ਰੋਗੀ ਰਹਿੰਦਾ ਹੈ ਅਤੇ ਸੱਚ ਬੋਲਣ ਵਾਲਾ ਸਦਾ ਰਾਜ਼ੀ ਬਾਜ਼ੀ ਰਹਿੰਦਾ ਹੈ। ਸੱਚ ਵਾਲਾ ਹਮੇਸ਼ਾ ਸੱਚਾ ਅਤੇ ਕੂੜ ਵਾਲਾ ਹਮੇਸ਼ਾ ਝੂਠਾ ਦਿਸਦਾ ਹੈ। ਭਾਵ ਸੱਚ ਅਤੇ ਝੂਠ ਦੀ ਪਛਾਣ ਸਹਿਜੇ ਹੀ ਹੋ ਜਾਂਦੀ ਹੈ। ਸੱਚ ਇੱਕ ਸੁਭਾਵਿਕ ਗੱਲ ਹੈ ਜਿਸ ਨਾਲ ਸਹਿਜੇ ਹੀ ਸਾਰੇ ਕੰਮ ਰਾਸ ਆ ਜਾਂਦੇ ਹਨ। ਕੂੜ ਅਰਥਾਤ ਝੂਠ ਇੱਕ ਯਤਨ ਹੈ ਜਿਹੜਾ ਕੰਮ ਦਾ ਨਾਸ਼ ਕਰਦਾ ਹੈ। ਨਿੰਦਕ ਆਪਣੀ ਜੜ੍ਹ ਪੁੱਟਦਾ ਹੈ। ਅੱਗੇ ਉਹਨਾਂ ਦੀ ਰਚਨਾ ਹੈ ਬੱਚੋ ਵੀ ਜਿਹੜਾ ਨਿੰਦਕ ਹੈ ਦੂਜਿਆਂ ਦੀ ਚੁਗਲੀ ਕਰਦਾ ਉਹ ਆਪਣੀ ਉਹ ਜੜ੍ਹ ਪੁੱਟਦਾ ਹੈ। ਜਿਹੜੇ ਮਤਲਬ ਆਪ ਜੀ ਦੀਆਂ ਰਚਨਾਵਾਂ ਨੇ ਨਾ ਅਖੌਤਾਂ ਦੇ ਰੂਪ ਦੇ ਵਿੱਚ ਵੀ ਜਿਹੜੇ ਸਿਆਣੇ ਨੇ ਉਹਨਾਂ ਨੂੰ ਵਰਤਦੇ ਨੇ ਲੋਕਾਂ ਨੂੰ ਸਮਝਾਉਣ ਲਈ, ਹੈ ਨਾ। ਜਿਵੇਂ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਇਹ ਇੱਕ ਅਖੌਤ ਵੀ ਹੈ ਬੱਚੋ। ਠੀਕ ਹੈ ਨਾ। ਕੀ ਕਹਿੰਦੇ ਨੇ ਭਾਈ ਸਾਹਿਬ, ਅਤੇ ਜਿਵੇਂ ਕੁੱਤੇ ਨੂੰ ਤਖਤ 'ਤੇ ਬਹਾਈਏ ਤਾਂ ਫਿਰ ਵੀ ਉਹ ਚੱਕੀ ਹੀ ਚੱਟਦਾ ਹੈ। ਜਿਵੇਂ ਸੱਪ ਨੂੰ ਦੁੱਧ ਪਿਆਈਏ ਤਾਂ ਉਸਦੇ ਮੂੰਹੋਂ ਜ਼ਹਿਰ ਹੀ ਨਿਕਲਦੀ ਹੈ, ਉਹ ਮਤਲਬ ਜ਼ਹਿਰ ਹੀ ਸੁੱਟਦਾ ਹੈ। ਜਿਵੇਂ ਪੱਥਰ ਨੂੰ ਪਾਣੀ ਵਿੱਚ ਰੱਖੀਏ ਤਾਂ ਉਸਦੀ ਕਠੋਰਤਾ ਨਹੀਂ ਘਟਦੀ। ਜਿਵੇਂ ਖੋਤਾ ਚੋਆ ਅਤਰ ਅਤੇ ਚੰਦਨ ਦੀ ਸੁਗੰਧੀ ਛੱਡ ਕੇ ਮਿੱਟੀ ਵਿੱਚ ਹੀ ਪਲਸੇਟੇ ਮਾਰਦਾ ਹੈ, ਉਸੇ ਤਰ੍ਹਾਂ ਪਰਾਈ ਨਿੰਦਾ ਕਰਨ ਵਾਲਾ ਜੋ ਨਿੰਦਕ ਹੁੰਦਾ ਹੈ ਨਾ ਆਪਣੀ ਜਿਹੜਾ ਹੱਟੀ ਸੁਭਾਅ ਨੂੰ ਨਹੀਂ ਛੱਡਦਾ
ਅਤੇ ਉਹ ਆਪਣੇ ਹੱਥੀਂ ਆਪਣੀਆਂ ਜੜ੍ਹਾਂ ਆਪ ਪੁੱਟਦਾ ਹੈ, ਭਾਵ ਉਹ ਆਪਣੇ ਸੁਭਾਅ ਨੂੰ ਨਹੀਂ ਛੱਡਦਾ ਅਤੇ ਅੰਤ ਨੂੰ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ। ਠੀਕ ਹੈ ਨਾ। ਸੋ ਬੱਚੇ ਅੱਗੇ ਆ ਗਈ ਆਪ ਜੀ ਦੀ ਪਵਿੱਤਰ ਬਾਣੀ, ਮਾਪਿਆਂ ਨੂੰ ਛੱਡ ਕੇ ਕੋਈ ਕਰਮ ਧਰਮ ਸਫਲਾ ਨਹੀਂ। ਠੀਕ ਹੈ ਨਾ। ਤਾਂ ਬਹੁਤ ਸੋਹਣਾ ਸਮਝਾਉਂਦੇ ਨੇ ਬੱਚੋ ਕਿ ਮਾਪਿਆਂ ਨੂੰ ਛੱਡ ਕੇ ਕੋਈ ਕਰਮ ਧਰਮ ਹੈ ਜਿਹੜਾ ਸਫਲ ਨਹੀਂ ਹੁੰਦਾ। ਜੇਕਰ ਕੋਈ ਮਾਂ ਪਿਓ ਨੂੰ ਛੱਡ ਕੇ ਵੇਦ ਸੁਣਦਾ ਹੈ ਤਾਂ ਉਸ ਦੀ ਕਥਾ ਕਹਾਣੀ ਦਾ ਭੇਦ ਨਹੀਂ ਜਾਣਦਾ। ਜੇਕਰ ਮਾਂ ਪਿਓ ਨੂੰ ਛੱਡ ਕੇ ਤਪ ਕਰਦਾ ਹੈ ਤਾਂ ਉਹ ਜਾੜ ਬੀਆਵਾਨ ਵਿੱਚ ਭੁੱਲਾ ਫਿਰਦਾ ਹੈ। ਜੇਕਰ ਮਾਂ ਪਿਓ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਤਾਂ ਉਸ ਦੀ ਸੇਵਾ ਸਫਲ ਨਹੀਂ। ਜੇਕਰ ਮਾਂ ਪਿਓ ਨੂੰ ਛੱਡ ਕੇ 68 ਤੀਰਥਾਂ ਦਾ ਇਸ਼ਨਾਨ ਕਰਦਾ ਹੈ ਤਾਂ ਉਹ 84 ਦਾ ਘੁੰਮਣ ਜਿਹੜੀ ਘੇਰੀ ਹੈ 84 ਦੀ ਘੁੰਮਣ ਘੇਰੀ ਵਿੱਚ ਫਸਿਆ ਰਹਿੰਦਾ ਹੈ। ਜੇਕਰ ਮਾਂ ਪਿਓ ਨੂੰ ਛੱਡ ਕੇ ਦਾਨ ਕਰਦਾ ਹੈ ਤਾਂ ਉਹ ਗਿਆਨੀ ਪੁਰਸ਼ ਬੇਈਮਾਨ ਰਹਿੰਦਾ ਹੈ। ਜੇਕਰ ਮਾਂ ਪਿਓ ਨੂੰ ਛੱਡ ਕੇ ਵਰਤ ਰੱਖਦਾ ਹੈ ਤਾਂ ਉਹ ਭਰਮ ਵਿੱਚ ਪਿਆ ਹੋਇਆ ਮਰ ਮਰ ਕੇ ਜੰਮਦਾ ਹੈ। ਜੇਕਰ ਉਸਨੇ ਗੁਰੂ ਅਤੇ ਪਰਮੇਸ਼ਵਰ ਦੀ ਸਾਰ ਨਹੀਂ ਜਾਣੀ, ਭਾਵ ਸਾਰੇ ਧਰਮ ਕਰਮ ਤਾਂ ਹੀ ਸਫਲ ਹੁੰਦੇ ਹਨ ਜੇਕਰ ਮਾਪਿਆਂ ਦੀ ਖੁਸ਼ੀ ਵੀ ਨਾਲ ਹੋਵੇ। ਜੇ ਮਾਪੇ ਨਾਰਾਜ਼ ਹੋ ਜਾਣ ਤਾਂ ਕੋਈ ਵੀ ਧਰਮ ਕਰਮ ਜਿਹੜਾ ਸਫਲ ਨਹੀਂ ਹੁੰਦਾ। ਠੀਕ ਹੈ ਬੱਚੋ, ਇਸ ਕਰਕੇ ਆਪਾਂ ਨੂੰ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਸੋ ਹੁਣ ਬੱਚੋ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ। ਅਤੇ ਭਾਈ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਉਸ ਦੇ ਨਾਂ ਵੀ ਪੁੱਛੇ ਜਾ ਸਕਦੇ ਨੇ ਅਤੇ ਬਾਣੀ ਪ੍ਰਸ਼ਨਾਂ ਦੇ ਵਿੱਚ ਦੇ ਕੇ ਵੀ ਪੁੱਛਿਆ ਜਾ ਸਕਦਾ ਕਿ ਕਿਹਨਾਂ ਨੇ ਲਿਖੀ ਹੈ। ਠੀਕ ਹੈ ਨਾ। ਅਤੇ ਤਾਂਬਾ ਕਲੀ ਨਾਲ ਮਿਲ ਕੇ ਡੈਸ਼ ਬਣਦਾ ਹੈ ਕਹਿ। ਤਾਂਬਾ ਜਿਸ ਨਾਲ ਮਿਲ ਕੇ ਡੈਸ਼ ਪਿੱਤਲ ਬਣਦਾ ਹੈ। ਤਾਂਬਾ ਸਿੱਕੇ ਨਾਲ ਮਿਲ ਕੇ ਡੈਸ਼ ਭਰਤ ਬਣਦਾ ਹੈ। ਤਾਂਬਾ ਪਾਰਸ ਨਾਲ ਛੋ ਕੇ ਡੈਸ਼ ਸੋਨਾ ਬਣਦਾ ਹੈ। ਤਾਂਬਾ ਸੁਆਹ ਹੋ ਕੇ ਡੈਸ਼ ਦਵਾਈ ਬਣਦਾ ਹੈ। ਜਿਹੀ ਸੰਗਤ ਤਹਾ ਫਲ ਕਵਿਤਾ ਅਨੁਸਾਰ ਮਨੁੱਖ ਕਿਸ ਦਾ ਫਲ ਪ੍ਰਾਪਤ ਕਰਦਾ ਹੈ? ਸੰਗਤ ਦਾ। ਹਰ ਇੱਕ ਚੀਜ਼ ਵਿੱਚ ਪ੍ਰਭੂ ਦੀ ਸੱਤਾ ਮੌਜੂਦ ਹੈ। ਸਹੀ। ਵੜੇਵੇਂ ਤੋਂ ਅੱਕ ਦਾ ਬੂਟਾ ਪੈਦਾ ਹੁੰਦਾ ਹੈ। ਗਲਤ। ਵੜੇਵੇਂ ਤੋਂ ਕਿਹੜਾ ਬੂਟਾ ਪੈਦਾ ਹੁੰਦਾ? ਕਪਾਹ ਦਾ। ਅਤੇ ਲੱਜਾ ਕੱਜਣ ਵਾਲਾ ਜਿਹੜੀ ਭਾਈ ਸਾਹਿਬ ਦੀ ਪੌੜੀ ਹੈ ਵਿੱਚ ਗਰੀਬੀ ਅਤੇ ਨੀਵੇਂ ਹੋ ਕੇ ਚੱਲਣ ਦੀ ਵਡਿਆਈ ਦੀ ਤੁਲਨਾ ਕਿਸ ਨਾਲ ਕੀਤੀ ਹੈ? ਵੜੇਵੇਂ ਨਾਲ। ਭਾਈ ਗੁਰਦਾਸ ਜੀ ਨੇ ਲੱਜਾ ਕੱਜਣ ਵਾਲਾ ਕਿਸ ਨੂੰ ਕਿਹਾ ਹੈ? ਵੜੇਵੇਂ ਨੂੰ। ਵੜੇਵਾਂ ਕਿਸ ਤਰ੍ਹਾਂ ਸਰੀਰ ਨੂੰ ਕੱਜਦਾ ਹੈ? ਆਪਾਂ ਗਵਾ ਕੇ। ਆਪ ਜੀ ਨੇ ਨਿਮਰਤਾ ਦਾ ਗੁਣ ਪੌੜੀ ਵਿੱਚ ਨਿਮਰਤਾ ਲਈ ਕਿਸ ਦੀ ਉਦਾਹਰਨ ਦਿੱਤੀ ਹੈ? ਰੁੱਖ, ਪਾਣੀ, ਧਰਤੀ ਅਤੇ ਪੈਰਾਂ ਦੀ। ਰੁੱਖ ਕਿਸ ਤਰ੍ਹਾਂ ਪੈਦਾ ਹੁੰਦਾ ਹੈ? ਸਿਰ ਹੇਠ ਕਰਕੇ। ਪਾਣੀ ਕਿੱਧਰ ਨੂੰ ਵਹਿੰਦਾ ਹੈ? ਨੀਵੇਂ ਪਾਸੇ ਨੂੰ। ਉੱਚਾ ਸਿਰ ਕਿਹਨਾਂ ਦੇ ਪੈਰੀ ਪੈਂਦਾ ਹੈ? ਗੁਰਸਿੱਖਾਂ ਦੇ। ਸਭ ਤੋਂ ਨੀਵਾਂ ਕੌਣ ਹੈ? ਧਰਤੀ। ਸੰਤ ਤੇ ਵੇਦ ਕਿਸ ਦਾ ਜਸ ਗਾਉਂਦੇ ਹਨ? ਪਰਮਾਤਮਾ ਦਾ। ਕੌਣ ਚਰਨ ਦੀ ਧੂੜੀ ਲੈ ਸਕਦਾ ਹੈ? ਕੋਈ ਵਡਭਾਗੀ। ਝੂਠ ਦਾ ਹਥਿਆਰ ਕੀ ਹੈ? ਧੋਖਾ। ਠੀਕ ਹੈ। ਜਾਂ ਝੂਠ ਜਿਹੜਾ ਕਿਸ ਦਾ ਹਥਿਆਰ ਹੈ? ਉਹ ਧੋਖੇ ਦਾ। ਸੱਚ ਕਿਸ ਵਾਂਗ ਸਰੀਰ ਦਾ ਰਖਵਾਲਾ ਕਰਦਾ ਹੈ? ਸੰਜੋਗ ਵਾਂਗ। ਲੋਹੇ ਦੇ ਬਣੀ ਕਮੀਜ਼ ਨਾਲ ਵਾਂਗ ਬੱਚੋ ਹੈ ਨਾ। ਹਥਿਆਰ ਵਾਂਗ ਧੋਖਾ ਕਰਨ ਵਾਲਾ ਅਤੇ ਵੈਰੀ ਦੀ ਤਰ੍ਹਾਂ ਹਮੇਸ਼ਾ ਤਾੜਨ ਵਾਲਾ ਕੌਣ ਹੈ? ਕੂੜ। ਡੈਸ਼ ਹਥਿਆਰ ਤੋਂ ਰੱਖਿਆ ਕਰਨ ਵਾਲਾ ਹੈ? ਸੱਚ। ਅਤੇ ਕੂੜ ਕਪਟ ਕਰਕੇ ਮਨੁੱਖ ਹਮੇਸ਼ਾ ਡੈਸ਼ ਰਹਿੰਦਾ ਹੈ? ਰੋਗੀ। ਸੱਚ ਬੋਲਣ ਵਾਲਾ ਮਨੁੱਖ ਹਮੇਸ਼ਾ ਰਾਜ਼ੀ ਬਾਜ਼ੀ ਰਹਿੰਦਾ ਹੈ। ਝੂਠ ਬੋਲਣ ਵਾਲਾ ਹਮੇਸ਼ਾ ਡੈਸ਼ ਝੂਠ ਦਿਸਦਾ ਹੈ। ਸੱਚ ਬੋਲਣ ਵਾਲਾ ਹਮੇਸ਼ਾ ਡੈਸ਼ ਸੱਚ ਦਿਸਦਾ ਹੈ। ਕੌਣ ਹਮੇਸ਼ਾ ਰੋਗੀ ਰਹਿੰਦਾ ਹੈ? ਝੂਠ ਬੋਲਣ ਵਾਲਾ। ਰੋਗ ਕੌਣ ਰਹਿੰਦਾ ਹੈ? ਸੱਚ ਬੋਲਣ ਵਾਲਾ। ਕਿਸ ਚੀਜ਼ ਨਾਲ ਸਾਰੇ ਕੰਮ ਰਾਸ ਆ ਜਾਂਦੇ ਨੇ? ਸੱਚ ਨਾਲ। ਡੈਸ਼ ਭਾਵੇਂ ਰਾਜ ਤਖਤ 'ਤੇ ਬਿਠਾਵੇ ਫਿਰ ਵੀ ਉਹ ਚਟਕੀ ਚੱਟਦਾ ਹੈ? ਕੁੱਤਾ। ਕੌਣ ਜ਼ਹਿਰ ਉਗਲਦਾ ਹੈ? ਸੱਪ। ਅਤੇ ਕੌਣ ਮਿੱਟੀ ਵਿੱਚ ਲੇਟਦਾ ਹੈ? ਖੋਤਾ। ਠੀਕ ਹੈ। ਅਤੇ ਪਾਣੀ ਵਿੱਚ ਤੈਰ ਕੇ ਕਿਸ ਚੀਜ਼ ਦੂਰ ਨਹੀਂ ਕਰਦਾ? ਕੌਣ? ਪੱਥਰ। ਕੀ ਨਹੀਂ ਦੂਰ ਕਰਦਾ? ਕਠੋਰਾਪਣ। ਠੀਕ ਹੈ ਨਾ। ਅਤੇ ਕੌਣ ਪਰਾਈ ਨਿੰਦਿਆ ਦੀ ਆਦਤ ਕਰਦਾ ਹੈ? ਨਿੰਦਕ। ਠੀਕ ਹੈ। ਆਦਤ ਕਿਹਨੂੰ ਰਹਿੰਦੀ ਹੈ ਨਾ। ਅਤੇ ਨਿੰਦਕ ਆਪਣੀ ਜੜ੍ਹ ਆਪ ਪੁੱਟਦਾ ਹੈ। ਪੌੜੀ ਅਨੁਸਾਰ ਨਿੰਦਕ ਆਪਣੀ ਜੜ੍ਹ ਆਪ ਪੁੱਟਦਾ ਹੈ ਕਿਵੇਂ? ਆਪਣੇ ਹੱਥੀਂ ਆਪਣੇ ਸੁਭਾਅ ਕਰਕੇ। ਅਤੇ ਮਾਤਾ ਪਿਤਾ ਨੂੰ ਛੱਡਣ ਵਾਲਾ ਕਿਸ ਦੀ ਸਾਰ ਨਹੀਂ ਜਾਣ ਸਕਦਾ? ਗੁਰੂ ਪਰਮੇਸ਼ਵਰ ਦੀ। ਅਤੇ ਸਾਰੇ ਤੀਰਥ ਸਥਾਨ ਨਾਮ ਅਤੇ ਵੇਦ ਤਪ ਦੇਵੀ ਦੇਵਤਿਆਂ ਦੀ ਪੂਜਾ ਤੀਰਥ ਇਸ਼ਨਾਨ ਦਾਨ ਪੁੰਨ ਕਦੋਂ ਵਿਅਰਥ ਜਾਂਦੇ ਹਨ? ਮਾਤਾ ਪਿਤਾ ਨੂੰ ਛੱਡਣ ਵਾਲੇ। ਠੀਕ ਹੈ। ਉਹਦੇ ਸਾਰੇ ਧਰਮ ਕਰਮ ਕਦੋਂ ਸਫਲ ਹੁੰਦੇ ਹਨ? ਮਾਪਿਆਂ ਦੀ ਸੇਵਾ ਦੇ ਨਾਲ। ਠੀਕ ਹੈ ਨਾ ਬੱਚੋ। ਸੋ ਆਪ ਜੀ ਦੀ ਬਾਣੀ ਹੈ ਨਾ ਬੱਚੋ ਜੋ ਮਤਲਬ ਆਪਾਂ ਨੂੰ ਸਿਖਾਉਂਦੀ ਹੈ ਕਿ ਸੱਚੇ ਰਸਤੇ 'ਤੇ ਚੱਲੋ। ਕਿਸ ਕਾਵਿਧਾਰਾ ਦੇ ਵਿੱਚ ਦਰਜ ਹੈ ਬੱਚੋ? ਗੁਰਮਤਿ ਕਾਵਿਧਾਰਾ ਦੀ। ਠੀਕ ਹੈ ਨਾ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਪ ਜੀ ਦੀ ਬਾਣੀ ਚੰਗੀ ਤਰ੍ਹਾਂ ਸਮਝ ਆਈ ਹੋਏਗੀ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਤੇ ਉਚਾਰਨ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਬੱਚਿਓ, ਉਸ ਲਈ ਮੈਂ ਖਿਮਾ ਦੀ ਯਾਚਕ ਹਾਂ। ਤੇ ਬਹੁਤ ਬਹੁਤ ਧੰਨਵਾਦ ਬੱਚਿਓ।